ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇੱਕ ਛੋਟੀ ਜਿਹੀ ਬੱਚੀ ਦਾ ਸਵਾਲ ਸੀ। ਬੱਚੀ ਤਾਂ ਛੋਟੀ ਹੈ ਪਰ ਸਵਾਲ ਬਹੁਤ ਵੱਡਾ ਕਰ ਦਿੱਤਾ। ਤੇ ਜਦੋਂ ਇਹ ਰੂਹ ਕੋਈ ਸਵਾਲ ਸੁਣਦੀ ਹੈ ਨਾ, ਤੇ ਦੋ ਚੀਜ਼ਾਂ ਅੰਦਰ ਘਟਦੀਆਂ। ਕੋਈ ਵੀ ਰੂਹ ਹੋਵੇ, ਬਸ ਸਮਝੇਗੀ ਅੰਦਰ ਕੀ ਚੱਲ ਰਿਹਾ। ਜੇ ਕੋਈ ਸਮਝੇ ਤਾਂ ਸਵਾਲ 'ਚ ਹੀ ਬਹੁਤ ਕੁਝ ਮਿਲ ਜਾਂਦਾ। ਉਹਨੇ ਪੁੱਛਿਆ ਸੀ ਕਿ 5 ਕਕਾਰ ਕਿਉਂ ਜ਼ਰੂਰੀ ਆ। ਤੇ ਇਸ ਸਵਾਲ ਨੇ ਇੰਨੀ ਗਹਿਰਾਈ ਦੇ ਵਿੱਚ ਜਾ ਕੇ ਸੁੱਟ ਦਿੱਤਾ ਕਿ ਕੁਛ ਮਿਲ ਗਿਆ ਉੱਥੋਂ। ਤੇ ਸੋਚਿਆ ਸਭ ਦੇ ਨਾਲ ਸਾਂਝ ਪਾਈ ਜਾਵੇ। ਕਕਾਰ ਕੀ ਨੇ? ਸਭ ਤੋਂ ਪਹਿਲਾਂ ਇਹ ਸੋਚੀਏ ਕਿ ਕਕਾਰ ਕੀ ਨੇ। ਗੁਰੂ ਸਾਹਿਬ ਤਾਂ ਇੱਕ ਪਾਸੇ ਸ਼ਬਦ ਦੀ ਗੱਲ ਕਰਦੇ। ਗੁਰੂ ਨਾਨਕ ਸਾਹਿਬ ਸਦਾ ਹੀ ਸ਼ਬਦ ਦੀ ਗੱਲ ਕਰਦੇ ਆਏ। ਉਹਨਾਂ ਨੇ ਜਨੇਊ ਪਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਨੇਊ ਧਾਰਮਿਕ ਚਿੰਨ੍ਹ ਸੀ ਨਾ, ਇਨਕਾਰ ਕਰ ਦਿੱਤਾ। ਤੇ 10ਵੇਂ ਜਾਮੇ 'ਚ ਆ ਕੇ ਕਿਰਪਾਨ ਧਾਰਨ ਕਰਵਾਈ। ਇਹ ਵੀ ਧਾਰਮਿਕ ਚਿੰਨ੍ਹ। ਸਿਰਫ ਧਾਰਮਿਕ ਚਿੰਨ੍ਹ ਨਹੀਂ ਆ। ਇਸ ਬਾਰੇ ਵੀ ਗੱਲ ਕਰਾਂਗੇ। ਇੱਕ ਪਾਸੇ ਗੁਰੂ ਸ਼ਬਦ ਦੀ ਗੱਲ ਕਰਦਾ ਰਿਹਾ ਤੇ ਇੱਕ ਪਾਸੇ ਉਹਨੇ ਆਪਣਾ ਬਾਹਰੀ ਪੱਖ ਵੀ ਪੂਰਨ ਰੱਖਿਆ। ਪੂਰਨ ਕਿਸੇ ਪਾਸਿਓਂ ਘਾਟ ਨਹੀਂ ਗੁਰਸਿੱਖ ਨੂੰ ਬਖਸ਼ੀ। ਬਾਹਰੋਂ ਵੀ ਯੋਧਾ ਬਣਾਇਆ ਤੇ ਅੰਦਰੋਂ ਵੀ ਯੋਧਾ ਬਣਾਇਆ। ਸੋ ਜਿਹੜਾ ਜਨੇਊ ਸੀ, ਜੇ ਉਹਦੀ ਗੱਲ ਕਰੀਏ, ਦੇਖੋ ਇਹਦੇ 'ਚ ਇਹ ਨਾ ਸਮਝ ਲੈਣਾ ਕਿ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਹਾਂ। ਪਰਫੈਕਟ ਹੈਗਾ। ਕਿਉਂ ਜਨੇਊ ਛੱਡਿਆ ਤੇ ਕਿਉਂ ਸ਼੍ਰੀ ਸਾਹਿਬ ਧਾਰਨ ਕੀਤੀ? ਸਭ ਤੋਂ ਪਹਿਲੀ ਗੱਲ, ਜਨੇਊ ਹਰ ਕਿਸੇ ਲਈ ਨਹੀਂ ਸੀ। ਉਹਨੂੰ ਸਿਰਫ ਬ੍ਰਾਹਮਣ ਪਾ ਸਕਦੇ ਸੀ। ਤੇ ਗੁਰੂ ਦੀ ਕਿਰਪਾਨ ਕੋਈ ਵੀ ਧਾਰਨ ਕਰ ਸਕਦਾ। ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਏ, ਜਿਹੜਾ ਉਹਦੇ ਰੰਗ 'ਚ ਆ ਕੇ ਦੋਵੇਂ ਹੱਥ ਜੋੜ ਕੇ ਮੰਗ ਲਏ ਕਿ ਮੈਨੂੰ ਵੀ ਦੇ ਦਿਓ, ਨਹੀਂ ਮਨਾ ਕਰਦਾ ਕਿਸੇ ਨੂੰ। ਜਨੇਊ ਇਸ ਗੱਲ ਦਾ ਪ੍ਰਤੀਕ ਸੀ ਕਿ ਉਹ ਬ੍ਰਾਹਮਣ ਆ ਤੇ ਦੂਜੀਆਂ ਜਾਤਾਂ ਤੋਂ ਉੱਚਾ ਆ। ਤੇ ਸ਼੍ਰੀ ਸਾਹਿਬ ਇਸ ਚੀਜ਼ ਦੀ ਪ੍ਰਤੀਕ ਆ ਕਿ ਇਹ ਜਿਹੜਾ ਸ਼ਖਸ ਆ ਜਿਹਨੇ ਇਹ ਪਾਈ ਆ, ਉਹ ਜਾਤ ਨੂੰ ਨਹੀਂ ਮੰਨਦਾ, ਉਹ ਪਾਤ ਨੂੰ ਨਹੀਂ ਮੰਨਦਾ। ਉਹ ਅਕਾਲ ਪੁਰਖ ਦਾ ਪਾਸ਼ਕ ਆ। ਉਹ ਅਕਾਲ ਪੁਰਖ ਜਿਹੜਾ ਕਿਸੇ ਮੂਰਤ 'ਚ ਨਹੀਂ, ਜਿਹੜਾ ਅਕਾਲ ਮੂਰਤ ਆ। ਮੂਰਤ ਨਹੀਂ ਹੈ, ਜਿਹੜਾ ਅਕਾਲ ਮੂਰਤ ਆ।
ਉਹ ਸੱਭੇ ਸਾਂਝੀ ਵਾਲਸ ਦਾ ਦਾ ਪਹਿਰਾ ਦਿੰਦਾ ਆ। ਤਾਂ ਪਾਈ ਆ, ਕਿਸੇ ਜਾਤ ਪਾਤ 'ਚ ਨਹੀਂ ਆ, ਕਿਸੇ ਨਾਲ ਵੈਰ ਵਿਰੋਧ ਨਹੀਂ ਆ, ਕਿਸੇ ਨੂੰ ਨੀਵਾਂ ਨਹੀਂ ਸਮਝਦਾ। ਤਾਂ ਪਾਈ ਆ। ਸੋ ਅੱਗੇ ਵੱਧਦੇ ਹਾਂ। ਇੱਕ ਪਾਸੇ ਸ਼ਬਦ ਤੇ ਦੂਜੇ ਪਾਸੇ ਪਹਿਰਾਵਾ ਵੀ ਨਾਲ ਰੱਖਿਆ ਗੁਰੂ ਸਾਹਿਬ ਨੇ। ਜਿੱਥੇ ਸ਼ਬਦ ਨੂੰ ਅਹਿਮੀਅਤ ਦਿੱਤੀ, ਉੱਥੇ ਬਾਹਰੋਂ ਵੀ ਗੁਰਸਿੱਖ ਨੂੰ ਇਹੋ ਜਿਹਾ ਬਣਾਇਆ ਕਿ ਕਿਰਤੀ ਲੱਗੇ, ਸਭ ਕੁਝ ਛੱਡ ਕੇ ਇੱਕ ਹਾਰੇ ਹੋਏ ਜਰਨੈਲ ਦੇ ਵਾਂਗੂ ਨਾ ਲੱਗੇ। ਜਿੱਥੇ ਅੰਦਰੋਂ ਪੂਰਨ ਆ, ਉੱਥੇ ਬਾਹਰੋਂ ਵੀ ਪੂਰਨ ਆ। ਤੇ ਇੱਥੇ ਹੁਣ ਇੱਕ ਗੱਲ ਹੋਰ ਉਪਜਦੀ ਕਿ ਇਹ ਕਕਾਰ ਤੇ ਕੋਈ ਵੀ ਪਾ ਲੈਂਦਾ ਹੈ ਨਾ। ਅੱਜ ਕੱਲ੍ਹ ਸਾਰਿਆਂ ਨੇ ਪਾਏ ਆ, ਪਰ ਯਾਦ ਰੱਖਣਾ, ਗੁਰੂ ਸਾਹਿਬ ਨੇ ਕਕਾਰ ਤਾਂ ਦੇ ਦਿੱਤੇ, ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਵੀ ਇਹ ਸਭ ਪਾ ਕੇ ਵੀ ਤੂੰ ਮੈਨੂੰ ਸ਼ਬਦ ਦੇ ਵਿੱਚ ਰੰਗਿਆ ਹੋਇਆ ਹੀ ਪਸੰਦ ਆ। ਭਾਵੇਂ ਮੈਨੂੰ ਕਕਾਰ ਪਿਆਰੇ ਨੇ, ਭਾਵੇਂ ਮੈਨੂੰ ਖਾਲਸਾਈ ਪਹਿਰਾਵਾ ਪਿਆਰਾ ਹੈ, ਭਾਵੇਂ ਮੈਨੂੰ ਇਹ ਬਾਹਰ ਵਾਲੀ ਦੇਣ ਬਹੁਤ ਪਿਆਰੀ ਆ, ਕਿਉਂਕਿ ਮੈਂ ਕਿਸੇ ਰੰਗ ਦੇ ਵਿੱਚ ਉਪਜੀ ਆ, ਕਿਸੇ ਰੰਗ ਦੇ ਵਿੱਚ ਪ੍ਰਗਟ ਕੀਤੀ ਆ। ਪਰ ਜੇ ਤੂੰ ਅੰਦਰੋਂ ਮੈਲਾ ਆ, ਜੇ ਤੂੰ ਅੰਦਰੋਂ ਪੂਰਨ ਨਹੀਂ ਆ, ਜੇ ਤੂੰ ਸ਼ਬਦ ਨੂੰ ਨਹੀਂ ਚਿੰਨਿਆ, ਤਾਂ ਮੇਰਾ ਤੇਰਾ ਕੋਈ ਰਿਸ਼ਤਾ ਨਹੀਂ। ਫਿਰ ਭਾਵੇਂ ਤੂੰ ਪਾਈ ਰੱਖ, ਮੇਰਾ ਤੇਰਾ ਕੋਈ ਰਿਸ਼ਤਾ ਨਹੀਂ। ਗੁਰੂ ਸਾਹਿਬ ਕਹਿ ਗਏ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਜਿੱਥੇ ਉਹਨਾਂ ਨੂੰ ਕਕਾਰ ਪਸੰਦ ਸੀ, ਜਿੱਥੇ ਉਹਨਾਂ ਨੂੰ ਇਹ ਬਾਹਰੀ ਪਹਿਰਾਵਾ ਪਸੰਦ ਸੀ, ਉੱਥੇ ਉਹ ਇਹ ਵੀ ਕਹਿ ਗਏ ਵੀ ਮੈਨੂੰ ਤੂੰ ਸ਼ਬਦ ਦੇ ਵਿੱਚ ਰੰਗਿਆ ਚਾਹੀਦਾ ਹੈ, ਤਾਂ ਤੇਰਾ ਇਹ ਕਕਾਰ ਪੂਰਨ ਹੈ, ਨਹੀਂ ਤੇ ਨਹੀਂ। ਜੇ ਤੂੰ ਗੁਰੂ ਦੇ ਹੁਕਮ ਦੇ ਵਿੱਚ ਬੱਝਿਆ ਆ, ਜੇ ਤੂੰ ਰਹਿਤ 'ਚ ਰਹਿੰਦਾ ਆ, ਜੇ ਤੂੰ ਅੰਦਰੋਂ ਵੀ ਉਹੀ ਆ, ਫਿਰ ਮੈਨੂੰ ਤੂੰ ਪਸੰਦ ਆ, ਨਹੀਂ ਤੇ ਮੈਨੂੰ ਤੇਰਾ ਬਾਹਰੀ ਪਹਿਰਾਵਾ ਕੋਈ ਪਸੰਦ ਨਹੀਂ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਗੁਰੂ ਸਾਹਿਬ ਨੇ ਕੋਈ ਵੀ ਰੰਗ ਉਪਜਿਆ ਨਾ, ਕੋਈ ਵੀ ਰੰਗ ਪ੍ਰਗਟ ਕੀਤਾ, ਉਹਦੇ ਪਿੱਛੇ ਉਹਨਾਂ ਨੇ ਕੁਛ ਛੱਡਿਆ ਨਹੀਂ। ਹਰ ਚੀਜ਼ ਦਾ ਜਵਾਬ ਦੇ ਕੇ ਗਏ, ਹਰ ਇੱਕ ਚੀਜ਼ ਕਲੀਅਰ ਕਰਕੇ ਗਏ। ਚਲੋ ਹੁਣ ਅੱਗੇ ਵੱਧਦੇ ਹਾਂ। ਕੇਸ, ਕੰਗਾ, ਕੜਾ, ਕਿਰਪਾਨ, ਕਛਹਿਰਾ, ਇੱਕ ਇੱਕ ਕਕਾਰ ਦੇ ਨਾਲ ਗੁਰੂ ਸਾਹਿਬ ਨੇ ਐਡੇ ਰੰਗ ਸਮਝਾਏ, ਜਿਹੜੇ ਸਾਨੂੰ ਸ਼ਾਇਦ ਉਦੋਂ ਸਮਝ ਨਹੀਂ ਆਏ ਜਦੋਂ ਅਸੀਂ ਛਕ ਰਹੇ ਸੀ। ਪਰ ਅੱਜ ਗੁਰੂ ਸਾਹਿਬ ਸਮਝਾ ਰਹੇ ਇੱਕ ਇੱਕ ਚੀਜ਼, ਧਿਆਨ ਨਾਲ ਸੁਣਨਾ। ਕੇਸ ਕਿਉਂ ਕਿਹਾ? ਵਧਾਉਣ ਨੂੰ, ਮਾਫ ਕਰਨਾ, ਵਧਾਉਣ ਨੂੰ ਨਹੀਂ। ਇਹ ਤਾਂ ਵੱਧਦੇ ਹੀ ਨੇ, ਕੱਟਦੇ ਅਸੀਂ ਆ, ਅਸੀਂ ਕੈਂਚੀ ਚਲਾਉਂਦੇ ਆ, ਇਹ ਤਾਂ ਆਪਣਾ ਕਾਰਜ ਕਰ ਰਹੇ ਆ। ਇਹ ਤੇ ਵੱਧਦੇ ਹੀ ਨੇ, ਰੋਕਦੇ ਅਸੀਂ ਆ। ਸਭ ਤੋਂ ਪਹਿਲੀ ਗੱਲ, ਭਾਵੇਂ ਅੱਜ ਗੁਰੂ ਸਾਹਿਬ ਦਾ ਹੁਕਮ ਆ ਕਿ ਇਸ ਰੰਗ 'ਚ ਉਤਰ ਕੇ ਤੇ ਇਹ ਸਮਝੀਏ ਕਿ ਕਿਉਂ ਬਖਸ਼ੇ, ਪਰ ਅਕਸਰ ਇਹ ਸਵਾਲ ਨਹੀਂ ਉੱਠਦਾ। ਇਹ ਸਵਾਲ ਉੱਠਣਾ ਨਹੀਂ ਚਾਹੀਦਾ, ਕਿਉਂਕਿ ਸਿਰਫ ਇਹ ਸਮਝ ਲਿਆ ਜਾਵੇ ਨਾ ਕਿ ਮੇਰੇ ਗੁਰੂ ਦਾ ਹੁਕਮ ਹੈ, ਉੱਥੇ ਸਭ ਖਤਮ ਹੈ। ਪਰ ਫਿਰ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦਾ ਰੰਗ ਕੀ ਆ, ਕਿਉਂ ਇਹ ਸਿਰਜਿਆ,
क्यों गुरु ने अपना कीमती समा कढ़ के इस रंग नूं प्रगट किया, पता होना चाहिए। तो वो बच्ची ने सवाल बड़ा ही खूब किया, बड़ा ही खूब किया, क्योंकि बच्चे झकदे नहीं, कह देंदे जो दिल चाहता। तो असीं भी फिर गुरु ने यही कहा सीगा कि तू सवाल रूप दे विच आके गज्जिया है तो हुण जवाब भी आप ही देगा। केसां बारे जे गल करिए ना, ते केसां बारे जे गल करिए तो केस कल्ले नहीं आ, केसां दे नाल दस्तार भी आ, क्योंकि गुरु साहब दा हुक्म है कि दस्तार सजाने आ, है ना। ते उदां ते असीं पढ़दे हाँ, तो कुछ साडे चों संस्थावां इही जिहियां भी ने जिहड़ियां केसां सने केसकी नूं भी नाल लिखदे आ कि केस की कंगा कड़ा किरपान कशहरा। पर उदां आम असी 4 ही पढ़ते हैं कि केस कंगा कड़ा किरपान कशहरा। तो कुछ संप्रदावां यह भी लिखदियां ने कि केस की एक, दूसरे नंबर ते कंगा कड़ा ऐदा। पर सारे ठीक ने, ये नहीं समझना कि ये कोई नवीं गुंजल पै गई। जे केस हैगे ने ते तां ही केस की है ना, केस की दोनों ही ने। सो सानू ये समझना पऊगा। देखो, केस शरीर का ही हिस्सा ने, ते गुरु साहब ने 5 चीज़ां बख्शियां सीगियां जिहड़ियां बाहरी सीगियां। कड़ा शरीर का हिस्सा नहीं, कंगा भी शरीर का हिस्सा नहीं, किरपान भी हिस्सा नहीं, कशहरा भी हिस्सा नहीं, दस्तार भी हिस्सा नहीं। जदों ये जीवन मिलता है तो 5 चीज़ां नाल नहीं होंदियां, ते ओह ही गुरु साहब ने बख्शियां। केस तां शरीर का हिस्सा ने ते गुरु साहब नूं बहुत पसंद ने, गुरु साहब कट्टन नहीं देंदे। सो कुछ संप्रदावां ये कहंदियां ने कि केस की दोनों ही ने, जो कि ठीक भी आ। ते जे कोई नहीं भी ये कहंदा या समझदा तो वह भी ठीक ने। इहदे च विचार करन योग कुछ नहीं आ, बहस करन योग कुछ नहीं आ। जे किसी ने केस रखे आ, अमृत छकिया आ, बाय डिफॉल्ट ही वो दस्तार दा धारनी आ। सो ज़्यादा विचार करन दी लोड़ नहीं, इस डिबेट च नहीं पैना। जे केस हैगे आ तो केस की भी हैगी आ। सो केस गुरु दी मोर अक्सर ही कहा जाता। केस क्यों रखने? सब तो पहली गल तो यह कि गुरु का हुक्म है तां रखने। कुदरत ने जैसा बनाया आ ओहो जिहा ही खुद नूं रखना। जे कुदरत ने केस लंबे कीते आ तो कीप इट, कुछ होएगा ही, कुछ रंग होएगा ही। जे उस कुदरत नूं पता आ कि साडे केस लंबे होने चाहिए आ, तो अक्सर कुछ कनैक्शन होएगा उहदा शरीर दे नाल। सो दूसरी गल ये कि ये केस गुरु दी मोहर ने। जिन्हें केस रखे आ, जिन्हें दस्तार सजाई आ, वो इस गल दा प्रतीक है कि ये गुरु दा सिख आ, ये गुरु दा सिंह आ। ते अक्सर तुसी देखिया होएगा जदों भी तुसी कुछ गलत करन लगो, ये दस्तार अगे आके खड़ी हो जाती। ये दस्तार अगे आके खड़ी हो जाती कि मैं दस्तार दा धारनी आ, मैं कुछ गलत नहीं करना। छोटियां छोटियां चीज़ां, छोटे छोटे औगण एक कार ही दूर कर देंदे आ।
ऐसे रंग बख्शिया गुरु साहब ने ककारां नूं। एक सिख होवे, सुच्चा ते सच्चा आचरण होवे ते एक स्पेस मिलता है देखण वाले नूं, एक अंदरों विश्वास मिलता है कि हाँ गुरु दा सिख नाल आ, हुण मैनूं कोई खतरा नहीं, गुरु दा वो रंग नाल आ ते जदों तक ये रंग नाल आ उदों तक सेफ्टी आ। इहो जे किरदार ते इहो जे ककार बख्शिया गुरु ने, दोने जरूरी ने। कंगा कंगा जिहड़ा है ना, हुण देखो कंगा इस गल दा प्रतीक आ कि गुरु नूं केस ते दस्तार किन्ने ज़्यादा पसंद ने। उन्हें इन्हां दी संभाल लई एक शस्त्र तैयार कर दिता, लकड़ी दा एक शस्त्र तैयार कर दिता कि तुसीं इनू वरतना आ इन्हां दी संभाल लई। हुण सोचो कंगा बख्शिया है तां इहदा मतलब गुरु नूं उहदी केयर किन्नी पसंद होगी, है ना। केस किन्ने पसंद आउणगे गुरु नूं, इसलिए कंगा कह दिता कि हमेशा ही नाल रखना। उस समय भी सीगे पर गुरु साहब ने निश्चित कर दिता कि तुसी हमेशा ही नाल रखना है। कंगा इस गल का प्रतीक है कि ये गुरसिख उद्यमी आ, हुक्म च आ, ये गुरु दे उस हुक्म की पालना कर रहा जो ने रंग बख्शिया सी, उन्हां केसां की संभाल कर रहा। अक्सर असीं सुणदे आ ना, अरदास च भी कहने भी साडी गुरसिखी केसां सुआसां नाल निभे, ते ये कंगा उस रंग नूं पूरा करदा है, केसां दी संभाल करदा है। गुरु साहब ने जे संसारी बनाया ना ते वो भी पूर्ण बनाया। पहलां की हुंदा सीगा कि नाम तो जप लेंदे सीगे साधु, पर बाहरी दिख दी केयर नहीं सी करते। पर गुरु साहब ने यह समझाया कि ये शरीर भी उहदा ही बख्शिया है, इहदी सांभ करना भी तेरा फर्ज है। ते केस ते कंगा इस गल का प्रतीक है कि जो उन्हें तेनों रंग बख्शिया है, जो उन्हें तेनों ये शरीर बख्शिया है, तू उहदी संभाल भी आप ही करनी है। सिर्फ नाम ही नहीं जपदे रहना, तू उद्यमी बनना है। ते जे कोई जटाधारी हुंदा सी उस दा की मतलब हुंदा सीगा कि ये सिर्फ इहदा ध्यान नाम जपण वाली आ, ये संसारी नहीं है, इनू संसार नाल संसार दे रंगां दे नाल कोई मतलब नहीं है। पर गुरु साहब ने यह समझाया कि असी बैलेंस रखना है, संसार दे विच भी रहना है ते परे भी रहना है। ते जे असी विच ना रहे तो फिर असी उहदी खेड तो बाहर हो जाएंगे। गुरु साहब दा जिहड़ा रस्ता सी ना, उस रस्ते ने कदे भी इस तो परे जाण लई नहीं कहा, इस विचों निकलण लई नहीं कहा, सगों विच रह के ही आत्मिक तौर ते इस तो परे जाण लई कहा। ते जिन्ने केस रखे आ, जिहदे केस साफ ने, जिहदे कोल कंगा आ, वो इस गल का प्रतीक है कि ये योद्धा आ, ये संसारी भी आ, ये नामी भी आ। जो बारी दिख बख्शी है गुरु साहब ने, ये उहदी केयर दे विच भी आ ते नाम भी जपदा है। सो कड़ा इसलिए आ प्यारिओ कि जदों तुसीं इन्हां हत्थां नाल कुछ गलत करन लगो ते तुहानूं कड़ा दिख जाए, घट तोलन लगो तो कड़ा दिख जाए, इन्हां हत्थां नाल कोई कुकर्म करन लगो तो कड़ा दिख जाए। तो जे कड़ा दिख गया तो गुरु गोबिंद सिंह ही चेते आऊगा,
ਤੇ ਜਦੋਂ ਗੁਰੂ ਗੋਬਿੰਦ ਸਿੰਘ ਚੇਤੇ ਆ ਗਿਆ ਨਾ, ਫਿਰ ਕੁਛ ਬੁਰਾ ਕਰਨ ਦੀ ਤਾਂਘ ਨਹੀਂ ਰਹਿਣੀ। ਇਸ ਲਈ ਖੜਾ ਬਖਸ਼ਿਆ ਸੀ। ਕਿਰਪਾਨ ਜ਼ਾਲਮਾਂ ਦੇ ਲਈ ਕਹਿਰ ਬਣ ਕੇ ਵਰਤਦੀ ਆ ਤੇ ਸ਼ਰਨਾਰਥੀਆਂ ਲਈ ਇਹ ਸ਼ਰਨ ਬਣਦੀ ਆ। ਇਹ ਖੁਦ ਦੀ ਸੇਫਟੀ ਵੀ ਆ, ਇਹ ਕਿਸੇ ਦੀ ਸੇਫਟੀ ਵੀ ਆ। ਇਹ ਜ਼ੁਲਮ ਦਾ ਨਾਸ਼ ਵੀ ਕਰਦੀ ਆ, ਇਹ ਜ਼ੁਲਮ ਤੋਂ ਬਚਾਉਂਦੀ ਵੀ ਆ। ਇਸ ਲਈ ਕਿਰਪਾਨ ਬਖਸ਼ੀ ਕਿ ਤੂੰ ਕਿਸੇ ਨਾਲ ਜ਼ੁਲਮ ਹੋਣ ਨਹੀਂ ਦੇਣਾ। ਸਭ ਤੋਂ ਪਹਿਲਾਂ ਆਪਣੇ ਨਾਲ ਨਹੀਂ ਹੋਣ ਦੇਣਾ ਤੇ ਕਿਸੇ ਨਾਲ ਨਹੀਂ ਹੋਣ ਦੇਣਾ। ਇਸ ਲਈ ਗੁਰੂ ਨੇ ਕਿਰਪਾਨ ਬਖਸ਼ੀ। ਇਹ ਸਿਰਫ ਧਾਰਮਿਕ ਚਿੰਨ੍ਹ ਨਹੀਂ ਆ। ਧਾਰਮਿਕ ਚਿੰਨ੍ਹ ਬਥੇਰੇ ਨੇ ਦੁਨੀਆ 'ਚ, ਪਰ ਸ਼ਸਤਰ ਹੀ ਗੁਰੂ ਨੇ ਕਿਉਂ ਚੁਣਿਆ? ਕਿਉਂਕਿ ਇਹ ਖੁਦ ਦੀ ਪੱਤ ਵੀ ਬਚਾ ਸਕਦਾ, ਕਿਸੇ ਦੀ ਪੱਤ ਵੀ ਬਚਾ ਸਕਦਾ। ਕੋਈ ਹੋਰ ਧਾਰਮਿਕ ਚਿੰਨ੍ਹ ਦੁਨੀਆ ਦੇ ਵਿੱਚ ਬਥੇਰੇ ਨੇ, ਕਿਸੇ ਧਾਰਮਿਕ ਚਿੰਨ੍ਹ 'ਚ ਇੰਨੀ ਤਾਕਤ ਨਹੀਂ ਕਿ ਉਹ ਜ਼ੁਲਮ ਤੋਂ ਰੋਕ ਸਕੇ ਕਿਸੇ ਨੂੰ। ਤੇ ਇਹ ਕਿਰਪਾਨ ਜਦੋਂ ਗੁਰਸਿੱਖ ਦੇ ਹੱਥ 'ਚ ਹੋਵੇ ਤੇ ਹੋਵੇ ਨਾਮੀ, ਅੰਦਰ ਦਾ ਕਿਲ੍ਹਾ ਜਿੱਤਿਆ ਹੋਵੇ ਜਿਹਨੇ, ਤੇ ਉਹਦੇ ਹੱਥ 'ਚ ਜਦੋਂ ਹੋਏਗੀ ਨਾ, ਫਿਰ ਉਹ ਕੁਛ ਗਲਤ ਨਹੀਂ ਕਰਨ ਦਊਗਾ। ਨਾ ਗਲਤ ਹੋਣ ਦਊਗਾ ਖੁਦ ਨਾਲ, ਨਾ ਕਿਸੇ ਨੂੰ ਕਰਨ ਦਊਗਾ। ਇਹ ਆ ਕਿਰਪਾਨ ਦਾ ਰੰਗ। ਇਹਦਾ ਕਿਸੇ ਹੋਰ ਧਾਰਮਿਕ ਚਿੰਨ੍ਹ ਨਾਲ ਕੋਈ ਮੇਲ ਹੀ ਨਹੀਂ। ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਜਾਤ ਪਾਤ ਤੋਂ ਉੱਪਰ ਆ। ਇਹ ਗੁਰੂ ਦੇ ਹੁਕਮ 'ਚ ਆ। ਤੇ ਕਛਹਿਰਾ ਜਿਵੇਂ ਕੜਾ ਹੱਥਾਂ ਤੋਂ ਹੋਣ ਵਾਲੇ ਗਲਤ ਕਰਮ ਨੂੰ ਰੋਕਦਾ, ਉੱਦਾਂ ਹੀ ਕਛਹਿਰਾ ਉਸ ਕਾਰਜ ਤੋਂ ਰੋਕਦਾ ਹੈ ਜਿਹੜਾ ਗੁਰੂ ਨੇ ਮਨਾ ਕੀਤਾ। ਜੇ ਤੂੰ ਕੁਛ ਗਲਤ ਕਰਨ ਲੱਗੇ ਜੋ ਗੁਰਮਤ ਦੇ ਅਨੁਕੂਲ ਨਹੀਂ ਆ, ਜੇ ਤੂੰ ਮਾਇਆ ਪਿੱਛੇ ਲੱਗ ਕੇ ਗਲਤ ਕਰਮ ਕਰਨ ਲੱਗੇ, ਤੇ ਕਛਹਿਰਾ ਤੈਨੂੰ ਸਭ ਤੋਂ ਪਹਿਲਾਂ ਤੈਨੂੰ ਇਹ ਕਛਹਿਰਾ ਦਿਖੂਗਾ। ਸੋ ਤੁਸੀਂ ਸਮਝ ਗਏ ਹੋਣੇ ਕਿ ਕਿਸ ਰਮਜ਼ ਦੀ ਗੱਲ ਹੋ ਰਹੀ, ਕਿਸ ਰੰਗ ਦੀ ਗੱਲ ਹੋ ਰਹੀ, ਕਿਸ ਵਾਸ਼ਨਾ ਤੋਂ ਗੁਰੂ ਸਾਹਿਬ ਬਚਾ ਰਹੇ। ਜਦੋਂ ਯਾਦ ਆਊਗਾ ਨਾ ਕਿ ਇਹ ਮੇਰੇ ਗੁਰੂ ਦਾ ਕਕਾਰ ਆ, ਫਿਰ ਇੱਕਦਮ ਸੁਰਤ ਜਿਹੜੀ ਆ ਉਹ ਗੁਰੂ ਦੇ ਚਰਨਾਂ 'ਚ ਰਹੂਗੀ, ਅਕਲ ਟਿਕਾਣੇ ਰਹੂਗੀ। ਸਰੀਰ ਤੇ ਪਾਇਆ ਹੋਇਆ ਸ਼੍ਰੀ ਸਾਹਿਬ 20 ਵਿਕਾਰਾਂ ਤੋਂ ਰੋਕ ਸਕਦਾ ਹੈ। ਹੱਥ ਤੇ ਪਾਇਆ ਹੋਇਆ ਕੜਾ 20 ਹੱਥਾਂ ਨੂੰ ਗਲਤ ਕਰਮ ਕਰਨ ਤੋਂ ਰੋਕ ਸਕਦਾ ਹੈ। ਤੇ ਗੁਰੂ ਸਾਹਿਬ ਨੇ ਜਿਹੜੀ ਸ਼ਕਤੀ ਬਖਸ਼ੀ ਹੈ ਇਸ ਸਰੀਰ ਨੂੰ, ਜਿਸ ਤੋਂ ਨਵੇਂ ਜੀਵਾਂ ਦਾ ਆਗਮਨ ਹੋ ਸਕਦਾ ਆ, ਤੇ ਜਿਹੜੀ ਸ਼ਕਤੀ ਬਖਸ਼ੀ ਆ ਇਸ ਸੰਸਾਰ ਦੇ ਵਿੱਚ ਰਹਿਣ ਲਈ, ਕਛਹਿਰਾ ਉਸ ਗੱਲ ਦਾ ਪ੍ਰਤੀਕ ਹੈ ਕਿ ਤੂੰ ਗੁਰੂ ਲਈ ਵਫਾਦਾਰ ਰਹਿਣਾ ਹੈ। ਤੂੰ ਗੁਰੂ ਪ੍ਰਤੀ ਵਫਾਦਾਰ ਰਹਿਣਾ ਹੈ ਤੇ ਇਸ ਸ਼ਕਤੀ ਨੂੰ ਉੱਥੇ ਹੀ ਇਸਤੇਮਾਲ ਕਰਨਾ ਹੈ ਜਿੱਥੇ ਗੁਰੂ ਨੇ ਕਿਹਾ ਹੈ। ਤੁਸੀਂ ਸਮਝ ਗਏ ਹੋਣੇ ਕਿ ਕਿਸ ਚੀਜ਼ ਤੋਂ ਰੋਕਿਆ ਹੈ ਗੁਰੂ ਸਾਹਿਬ ਨੇ, ਤੇ ਉਸ ਚੀਜ਼ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਕਛਹਿਰਾ ਤੇੜ ਸਜਾ ਦਿੱਤਾ ਕਿ ਤੂੰ ਕੁਛ ਗਲਤ ਕਰਨ ਲੱਗੇ ਤਾਂ ਗੁਰੂ ਦਾ ਹੁਕਮ ਤੈਨੂੰ ਯਾਦ ਰਵੇ। ਸੋ ਇਹ ਸੀ ਪੰਜਾਂ ਕਕਾਰਾਂ ਦੀ ਮਹੱਤਤਾ।
ਇੱਕ ਹੋਰ ਤੁਕ ਵੀ ਆ, ਉਹ ਇੱਥੇ ਬਣਦੀ ਆ ਕਹਿਣੀ, ਤਾਂ ਕਿ ਹੋਰ ਕਲੀਅਰ ਹੋ ਜਾਏ ਕਛਹਿਰੇ ਦਾ ਕਨਸੈਪਟ। ਗੁਰੂ ਸਾਹਿਬ ਇੱਕ ਤੁਕ 'ਚ ਸਮਝਾ ਰਹੇ, ਕਹਿੰਦੇ ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਵੀ ਜੇ ਕਿਤੇ ਗੁਰਸਿੱਖ ਗਲਤ ਸੰਗਤ ਦੇ ਵਿੱਚ ਆ ਕੇ ਮਾਇਆ ਪਿੱਛੇ ਲੱਗ ਕੇ ਇਹ ਕਾਰਜ ਕਰਨ ਵੀ ਲੱਗੇ ਤੇ ਕਛਹਿਰਾ ਉਹਨੂੰ ਮੋੜ ਲਿਆਵੇ, ਗੁਰੂ ਦਾ ਹੁਕਮ ਉਹਨੂੰ ਮੋੜ ਲਿਆਵੇ, ਜੋ ਇਹਨਾਂ ਪੰਜਾਂ ਕਕਾਰਾਂ ਦੇ ਵਿੱਚ ਗੁਰੂ ਸਾਹਿਬ ਨੇ ਪਿਰੋ ਦਿੱਤਾ ਤੇ ਸਾਡੇ ਸਰੀਰ ਤੇ ਸਜਾ ਦਿੱਤੇ। ਸੋ ਇਹ ਸੀ ਪੰਜਾਂ ਕਕਾਰਾਂ ਦੀ ਮਹੱਤਤਾ। ਗੁਰੂ ਸਾਹਿਬ ਮਿਹਰ ਰੱਖਣ, ਇਹਨਾਂ ਕਕਾਰਾਂ ਨੂੰ ਸ਼ਬਦ ਤੋਂ ਪਾਸੇ ਕਦੇ ਨਹੀਂ ਸਮਝਣਾ। ਇਹ ਵੀ ਸ਼ਬਦ ਦਾ ਹੀ ਰੂਪ ਨੇ। ਜਦੋਂ ਤੱਕ ਗੁਰਸਿੱਖ ਸ਼ਬਦ ਨੂੰ ਅੱਗੇ ਰੱਖਣਗੇ ਤੇ ਇਹਨਾਂ ਪੰਜਾਂ ਕਕਾਰਾਂ ਦੇ ਧਾਰ ਨਹੀਂ ਬਣਨਗੇ, ਕਲਾ ਵਰਤੇਗੀ, ਪੂਰਨ ਗੁਰਸਿੱਖ ਬਣਨਗੇ, ਬਾਹਰੋਂ ਵੀ ਆਜ਼ਾਦ ਰਹਿਣਗੇ ਤੇ ਅੰਦਰੋਂ ਵੀ ਆਜ਼ਾਦ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।